ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕਵਿਤਾ ਸਿੰਘ ਹਾਜ਼ਰ ਹਾਂ ਜੀ ਲੈ ਕੇ ਸਾਡਾ ਅੱਜ ਦਾ ਇੱਕ ਖਾਸ ਪ੍ਰੋਗਰਾਮ ਇੱਕ ਵਾਰ ਫਿਰ ਤੋਂ ਸਾਡੇ ਵਿਦਿਆਰਥੀਆਂ ਦੇ ਨਾਲ ਜੀ ਸਾਡੇ ਸਾਰੇ ਦਰਸ਼ਕਾਂ ਦੇ ਵਾਸਤੇ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਨੇ, ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੇ ਨੇ। ਸਟੱਡੀ ਵੀਜ਼ਾ ਹੋਵੇ, ਟੂਰਿਸਟ ਵੀਜ਼ਾ ਹੋਵੇ, ਚਾਹੇ ਪੀਆਰ ਹੋਵੇ ਜੀ, ਤੁਹਾਡੀ ਮਦਦ ਕਰਦੇ ਨੇ ਵਿਦੇਸ਼ ਜਾਣ ਦੇ ਇਹਨਾਂ ਵੀਜ਼ਿਆਂ ਦੇ ਵਿੱਚ ਸਾਡੇ ਸਟੱਡੀ ਵੀਜ਼ਾ ਐਕਸਪਰਟ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਸਟਰ ਜਸਮੀਤ ਭਾਟੀਆ ਸਾਡੇ ਨਾਲ ਹੈਗੇ ਨੇ, ਜੋ ਸਾਡਾ ਸਾਥ ਦੇਣਗੇ ਜੀ ਸਾਡੇ ਸਵਾਲਾਂ ਦੇ ਜਵਾਬ ਦੇ ਵਿੱਚ। ਤੇ ਇਸ ਤਰ੍ਹਾਂ ਜੀ ਸਵਾਲ ਤੁਸੀਂ ਵੀ ਇਹਨਾਂ ਦੇ ਨਾਲ ਸਾਂਝੇ ਕਰ ਸਕਦੇ ਹੋ। ਨੰਬਰ ਤੁਹਾਡੀ ਸਕਰੀਨ ਦੇ ਉੱਤੇ, कोई भी सवाल है, कोई भी डाउट है, अज भी चाहे कोरोना नूं लैके भी यानी कि तुसी कैनेडा जा पाओगे या फिर नहीं, तां भी तुसी अपना जिहड़ा सवाल है इन्हां दे नाल सांझे करो। ते नाल ही इन्हां दा फेसबुक पेज लाइक करना बिल्कुल नहीं भुलना, क्योंकि लाइव सैशन जिहड़ा हैगा उहदे दौरान भी तुसी कंपनी दे मैनेजिंग डायरैक्टर मिस्टर जसमीत भाटिया दे नाल गलबात करके अपने सवालों के जवाब लै सकते हो। ते नाल ही जी यूट्यूब चैनल लैंडमार्क इमीग्रेशन दा सबसक्राइब करना बिल्कुल नहीं भुलना। हर शहर दे विच जी लैंडमार्क इमीग्रेशन हाज़र है अपनी सर्विस लैके। ते जल्दी दे नाल साडे दर्शक जी कापी पेन दे उत्ते नोट कर लैण जी नंबर, ताकि तुहाडी मदद जिहड़ी हैगी है कैनेडा जाण दे विच करनगे साडे लैंडमार्क इमीग्रेशन दी पूरी टीम। ते साडा अज दा इह शो हुण खास तौर ते जी साडे उन्हां सारे दर्शकां दे वास्ते हुण असीं इह चीज़ गल जरूर नोट करदे हां जी भी जदों भी +2 तो बाद तुसीं कई वारी जांदे हो या तुसीं हायर एजुकेशन तो बाद जा रहे हैगे हो, बट हाँ हुण डिप्लोमा दे वास्ते जाना है या डिग्री दे वास्ते जाना है, किहड़े स्टूडेंट्स दा उत्थे जिहड़ा फ्यूचर असीं कह सकीए कि हाँ जी सिक्योर मन के चलते हैं। तो किन्नियां जिहड़ियां तुहानूं उत्थे जाके दिक्कतां आ सकदियां ने +2 तो बाद या फिर डिप्लोमा करन तो बाद, की प्रोसैस रहिंदा ने जी बाकी दे, ਉਹ ਸਾਰੀਆਂ ਗੱਲਾਂ ਡਿਸਕਸ ਕਰਾਂਗੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਤੇ ਜਸਮੀਤ ਸਰ, ਵੈਲਕਮ ਟੂ ਦਿਸ ਸ਼ੋ। ਸਤਿ ਸ਼੍ਰੀ ਅਕਾਲ। ਸੋ ਜਸਮੀਤ ਸਰ, ਜਿੱਦਾਂ ਮੈਂ ਹੁਣੇ ਕਿਹਾ, ਦੋ ਕੈਟਾਗਰੀ ਦੇ ਸਟੂਡੈਂਟਸ ਜਿਹੜੇ ਕਿ +2 ਤੋਂ ਬਾਅਦ, ਕਈ ਹੁੰਦੇ ਨੇ ਜੀ ਮੈਨੂੰ ਡਿਪਲੋਮਾ ਲੈ ਦਿਓ, ਜਿਹੜੇ ਕਿ ਮੋਸਟਲੀ ਅਸੀਂ ਦੇਖਦੇ ਹਾਂ ਵੀ ਡਿਪਲੋਮਾ ਵਾਸਤੇ ਅਪਲਾਈ ਕਰਦੇ ਨੇ, ਐਂਡ ਦੇਅਰ ਆਰ ਸਟੂਡੈਂਟਸ ਜਿਹੜੇ ਕਹਿੰਦੇ ਨੇ ਜੀ ਮੈਨੂੰ ਡਿਗਰੀ ਦੇ ਵਿੱਚ ਭੇਜ ਦਿਓ, ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈ ਦਿਓ। ਤੇ ਵਾਟ ਡੂ ਯੂ ਥਿੰਕ, ਤੁਸੀਂ ਕੀ ਸੁਜੈਸਟ ਕਰਦੇ ਹੋ ਐਜ਼ ਏ ਕੈਰੀਅਰ ਕਾਉਂਸਲਿੰਗ ਤੁਸੀਂ ਕਰਦੇ ਹੈਗੇ ਹੋ ਸਟੂਡੈਂਟਸ ਦੀ, ਤੇ ਤੁਹਾਡਾ ਕੀ ਕਹਿਣਾ ਹੈਗਾ ਕੈਨੇਡਾ ਨੂੰ ਲੈ ਕੇ? ਪਹਿਲਾਂ ਤਾਂ ਮੈਂ ਥੋੜੇ ਜਿਹੇ ਆંકੜੇ ਸ਼ੇਅਰ ਕਰਨਾ ਚਾਹਾਂਗਾ ਤੁਹਾਡੇ ਨਾਲ। ਜਿਵੇਂ ਮੈਂ ਹਰ ਸ਼ੋਅ ਚਾਹਨਾ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਇਨਫੋਰਮੇਸ਼ਨ ਸ਼ੇਅਰ ਕਰੀਏ। ਸੋ ਪਹਿਲਾਂ ਤਾਂ ਕੀ ਆંકੜੇ ਹੈਗੇ ਆ ਕੈਨੇਡਾ ਸਟੂਡੈਂਟ ਵੀਜ਼ਾ ਦੇ ਜੀ। ਸੋ ਜੇ ਅਸੀਂ 2018 ਦੀ ਗੱਲ ਕਰੀਏ ਤਾਂ ਕੁਛ ਲਗਭਗ 3.5 ਲੱਖ ਬੱਚੇ ਨੂੰ ਵੀਜ਼ਾ ਮਿਲਿਆ, ਅਪਰੋਕਸੀਮੇਟਲੀ 3.5 ਲੱਖ ਬੱਚੇ ਨੂੰ ਵੀਜ਼ਾ ਮਿਲਿਆ 2018 ਵਿੱਚ ਜੀ। 2019 ਵਿੱਚ ਕਰੀਬਨ 4 ਲੱਖ ਬੱਚੇ ਨੂੰ ਵੀਜ਼ਾ ਅਪਰੂਵਲ ਹੋਈ। ਸੋ 2020 ਦੇ ਜਿਹੜੀ ਟਾਰਗੇਟ ਸੀ ਵੀਜ਼ਾ ਦੇਣ ਦਾ, ਉਹ ਸੀ 4.5 ਲੱਖ ਸਟੂਡੈਂਟ ਨੂੰ। ਸੋ ਹਰ ਸਾਲ 10 to 15% ਦੀ ਇਨਕਰੀਮੈਂਟ ਆ ਰਹੀ ਹੈ ਵੀਜ਼ਾ ਅਪਰੂਵਲ 'ਚ, ਕੁਆਂਟੀਟੀ ਵਿੱਚ, ਜਾਂ ਸਟੂਡੈਂਟ ਜਿਹੜੇ ਕੈਨੇਡਾ ਪੜ੍ਹਨ ਜਾਂਦੇ ਨੇ ਆਲ ਓਵਰ ਦ ਵਰਲਡ। ਔਰ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਕੁਛ ਲਗਭਗ 1.5 ਲੱਖ ਬੱਚਾ ਇੰਡੀਅਨ ਸਟੂਡੈਂਟ ਨਵੇਂ ਕੋਰਸਿਸ 'ਚ ਇਨਰੋਲ ਹੋਇਆ। ਉਹਦੇ ਵਿੱਚੋਂ 80,000 ਬੱਚਾ ਫਰੈਸ਼ ਸਟੂਡੈਂਟ ਸੀ ਜਿਹੜਾ ਕਿ ਇੰਡੀਆ ਤੋਂ ਗਿਆ, ਔਰ 70,000 ਬੱਚਾ ਇੱਦਾਂ ਦਾ ਸੀ ਜਿਹਨੇ ਆਪਣਾ ਕੋਰਸ ਨਵਾਂ ਸ਼ੁਰੂ ਕੀਤਾ, ਜਾਂ ਉਹਨੇ ਆਪਣੀ ਨਵੀਂ ਆਫਰ ਲੈਟਰ ਅਪਲਾਈ ਕੀਤੀ, ਜਾਂ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਪਾਈ। ਸੋ ਸਹੀ ਇਨਫੋਰਮੇਸ਼ਨ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ 80,000 ਸਟੂਡੈਂਟ ਨੂੰ ਨਿਊ ਵੀਜ਼ਾ ਅਪਰੂਵਲ ਮਿਲੀ, ਪਰ 70,000 ਬੱਚਾ ਜਿਹੜਾ ਕਿ ਕੈਨੇਡਾ 'ਚ ਆਲਰੇਡੀ ਸੀ, ਉਹਨੇ ਆਪਣਾ ਕੋਰਸ ਐਕਸਟੈਂਡ ਕੀਤਾ ਜਾਂ ਕਾਲਜ ਚੇਂਜ ਕੀਤਾ ਔਰ ਪੜ੍ਹਾਈ ਲਈ ਐਕਸਟੈਂਸ਼ਨ ਪਾਈ। ਸੋ ਇਹ ਸਾਰੇ ਆંકੜੇ ਇਹ ਕਹਿੰਦੇ ਆ ਕਿ ਕੈਨੇਡਾ ਨੂੰ ਸਟੂਡੈਂਟਸ ਚਾਹੀਦੇ ਨੇ। ਹੁਣ ਕਰੋਨਾ ਵਾਇਰਸ ਆ ਗਿਆ, ਸੋ ਕਈ ਕੰਸਲਟੈਂਟ ਨੇ ਕਹਿਣਾ ਸ਼ੁਰੂ ਕਰਤਾ ਕਿ ਜਿਹੜੇ ਆਨਲਾਈਨ ਪ੍ਰਮੋਸ਼ਨ ਕਰ ਰਹੇ ਨੇ, ਜਿਹੜੇ ਆਨਲਾਈਨ ਸਟੂਡੈਂਟਸ ਨੂੰ ਗਾਈਡੈਂਸ ਦੇ ਰਹੇ ਨੇ, ਉਹ ਗਲਤ ਹੈ। ਮੈਂ ਕਹਿਣਾ ਚਾਹਾਂਗਾ ਕਿਉਂ ਗਲਤ? ਲੋਕਡਾਊਨ ਦੇ ਦੌਰਾਨ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਸਟੂਡੈਂਟਸ ਨੂੰ ਸਹੀ ਐਡਵਾਈਸ ਦੇ ਸਕੀਏ, ਸਹੀ ਗਾਈਡੈਂਸ ਦੇ ਸਕੀਏ। ਸਟੂਡੈਂਟ ਇੰਨਾ ਕੁ ਪੈਨਿਕ ਹੋ ਗਿਆ ਸੀ ਕਿ ਮੇਰਾ ਕੀ ਬਣੇਗਾ, ਜਿਹੜੇ ਮੈਂ ਕਾਲਜ 'ਚ ਫੀਸ ਜਮ੍ਹਾਂ ਕਰਾਈ ਹੋਈ ਹੈ ਉਹਦਾ ਕੀ ਹੋਏਗਾ, ਜਿਹੜੇ ਮੈਂ GIC 'ਚ ਪੈਸੇ ਜਮ੍ਹਾਂ ਕਰਾਏ ਹੋਏ ਆ ਉਹਦਾ ਕੀ ਹੋਏਗਾ, ਜਾਂ ਹੁਣ ਮੈਂ ਬਾਹਰ ਜਾਣਾ ਚਾਹੁੰਦਾ ਕਿ ਮੈਂ ਹੁਣ ਬਾਹਰ ਜਾ ਹੀ ਨਹੀਂ ਪਾਵਾਂਗਾ। ਸੋ ਬੜੀ ਪੈਨਿਕ ਸਿਚੁਏਸ਼ਨ ਹੋ ਗਈ ਸੀ, ਔਰ ਅਸੀਂ ਕੋਸ਼ਿਸ਼ ਕੀਤੀ ਕਿ ਸਟੂਡੈਂਟਸ ਨੂੰ ਐਡਵਾਈਜ਼ ਕਰੀਏ। ਨਵਾਂ ਕੇਸ ਅਪਲਾਈ ਕਰਨਾ ਨਾ ਕਰਨਾ ਉਹ ਸਟੂਡੈਂਟ ਦੇ ਹੱਥ 'ਚ ਹੈ। ਸਟੂਡੈਂਟ ਨੇ ਆਪਣਾ ਕੰਸਲਟੈਂਟ ਆਪਣੇ ਢੰਗ ਨਾਲ ਚੋਣ ਨਾਲ ਕਰਨਾ ਹੈ, ਆਪਣੇ ਰੈਫਰੈਂਸ 'ਤੇ ਚੋਣ ਕਰਨੀ ਹੈ ਕਿ ਜਿੱਥੋਂ ਕਿਸੇ ਭਾਈ ਦਾ ਵੀਜ਼ਾ ਲੱਗਾ ਮੈਂ ਉਹਦੇ ਕੋਲ ਚਲਾ ਜਾਵਾਂ, ਜੇ ਮੇਰੇ ਫਰੈਂਡ ਦਾ ਵੀਜ਼ਾ ਲੱਗਾ ਮੈਂ ਉਹਦੇ ਕੋਲ ਜਾਵਾਂ, ਜੇ ਮੇਰੀ ਭੈਣ ਦਾ ਵੀਜ਼ਾ ਲੱਗਾ ਮੈਂ ਉਸ ਕੰਸਲਟੈਂਟ ਦੀ ਚੋਣ ਕਰਨੀ ਹੈ। ਸੋ ਸਟੂਡੈਂਟ ਬੜਾ ਹੀ ਦੇਖਭਾਲ ਕੇ ਚੋਣ ਕਰਦਾ, ਔਰ ਮੈਂ ਕਹਿੰਦਾ ਕਰਨੀ ਵੀ ਚਾਹੀਦੀ ਹੈ। ਤੁਸੀਂ ਲੱਖਾਂ ਰੁਪਈਆ ਇਨਵੈਸਟ ਕਰ ਰਹੇ ਹੋ ਬਾਹਰ ਜਾਣ ਕਰਕੇ, ਤੁਹਾਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਨਾ ਚਾਹੀਦਾ ਹੈ ਕਿ ਕਿਹੜੇ ਕੰਸਲਟੈਂਟ ਕੋਲ ਮੈਂ ਵੀਜ਼ਾ ਲਵਾਵਾਂ, ਕਿਹੜਾ ਕੰਸਲਟੈਂਟ ਹੈਗਾ ਜਿਹੜਾ ਕਿ
ਪਿਛਲੇ 10 ਸਾਲਾਂ ਤੋਂ ਵੱਧ ਕੰਮ ਕਰ ਰਿਹਾ, ਕਿਹੜਾ ਕੰਸਲਟੈਂਟ ਹੈਗਾ ਜਿਹੜਾ ਜੈਨੂਇਨ ਤਰੀਕੇ ਨਾਲ ਕੰਮ ਕਰ ਰਿਹਾ, ਕਿਹੜਾ ਕੰਸਲਟੈਂਟ ਹੈਗਾ ਜਿਨੇ 10 ਤੋਂ 15,000 ਵੀਜ਼ੇ ਅੱਜ ਤੱਕ ਲਵਾਏ ਹੋਏ ਆ। ਬਿਲਕੁਲ ਸਹੀ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਜੀ। ਸੋ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਕਿ ਕੈਨੇਡਾ ਸਟੱਡੀ ਵੀਜ਼ਾ ਪ੍ਰੋਸੈਸ ਬਾਰੇ, ਖਾਸ ਕਰਕੇ ਉਹਨਾਂ ਸਟੂਡੈਂਟਸ ਲਈ ਜਿਨ੍ਹਾਂ ਦੇ +2 ਦੇ ਐਗਜ਼ਾਮਸ ਪੈਂਡਿੰਗ ਨੇ, ਖਾਸ ਕਰਕੇ ਉਹਨਾਂ ਸਟੂਡੈਂਟਸ ਲਈ ਜਿਨ੍ਹਾਂ ਨੇ ਆਪਣੀ ਬੈਚਲਰ ਡਿਗਰੀ ਦੇ ਐਗਜ਼ਾਮ ਪੈਂਡਿੰਗ ਨੇ, ਜਿਹੜੇ ਜਾਣਾ ਚਾਹੁੰਦੇ ਆ ਆਉਣ ਵਾਲੇ ਜਨਵਰੀ ਇਨਟੇਕ 'ਚ, ਮਈ ਇਨਟੇਕ 'ਚ, ਜਾਂ ਜਿਨ੍ਹਾਂ ਦੀਆਂ ਫਾਈਲਾਂ ਲੱਗੀਆਂ ਪਰ ਫੇਰ ਵੀ ਮਨ 'ਚ ਕਨਫਿਊਜ਼ਨ ਹੈ ਕਿ ਕੈਨੇਡਾ ਸਟੂਡੈਂਟ ਵੀਜ਼ਾ ਪ੍ਰੋਸੈਸ ਹੁੰਦਾ ਕੀ ਹੈ। ਜੀ ਬਿਲਕੁਲ। ਸੋ ਕੈਨੇਡਾ ਸਟੂਡੈਂਟ ਵੀਜ਼ਾ ਪ੍ਰੋਸੈਸ ਜਾਣਨਾ ਇਸ ਲਈ ਜ਼ਰੂਰੀ ਹੈ ਕਿ ਮੈਂ ਐਡ ਦੇਖਦਾ ਕਿ ਕੋਈ ਫੀਸ ਦੇਣ ਦੀ ਲੋੜ ਨਹੀਂ ਹੈਗੀ, ਕੈਨੇਡਾ ਦਾ ਵੀਜ਼ਾ ਲੱਗ ਜਾਏਗਾ। ਕੋਈ ਆਈਲੈਟਸ ਕਰਨ ਦੀ ਲੋੜ ਨਹੀਂ ਹੈਗੀ, ਕੈਨੇਡਾ ਦਾ ਵੀਜ਼ਾ ਲੱਗ ਜਾਏਗਾ। ਇਹ ਸਾਰੀਆਂ ਮਿਸਗਾਈਡੈਂਸ ਕਰਨ ਵਾਲੀਆਂ ਐਡਵਰਟਾਈਜ਼ਮੈਂਟ ਹੈਗੀਆਂ। ਕੋਈ ਕੰਸਲਟ ਕਿਸੇ ਦੀ ਐਡ ਨੂੰ ਕੋਈ ਵੀ ਰੋਕ ਨਹੀਂ ਸਕਦਾ, ਬਟ ਤੁਸੀਂ ਧਿਆਨ ਨਾਲ ਆਪਣਾ ਕੇਸ ਅਪਲਾਈ ਕਰਨਾ ਹੈ ਕਿ ਮਿਸਗਾਈਡ ਨਾ ਹੋਈਏ। ਸੋ ਸਹੀ ਢੰਗ ਨਾਲ ਆਪਣਾ ਕੇਸ ਅਪਲਾਈ ਕਰਨਾ ਹੈ। ਸੋ ਪਹਿਲੀਆਂ ਸ਼ਰਤਾਂ ਕੀ ਹੁੰਦੀਆਂ ਕੈਨੇਡਾ ਸਟੂਡੈਂਟ ਵੀਜ਼ਾ ਦੀ? ਤੁਸੀਂ 12ਵੀਂ ਪਾਸ ਹੋਣੇ ਚਾਹੀਦੇ ਹੋ, ਜਾਂ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ, ਜਾਂ ਤੁਸੀਂ ਪੋਸਟ ਗ੍ਰੈਜੂਏਟ ਹੈਗੇ ਹੋ। ਤੁਹਾਡੇ ਕੋਲ ਆਪਣੀਆਂ ਸਾਰੀਆਂ ਮਾਰਕਸ਼ੀਟਸ ਹੋਣੀਆਂ ਚਾਹੀਦੀਆਂ ਨੇ। ਅੱਜ ਦੀ ਡੇਟ 'ਚ ਜੇ ਤੁਸੀਂ ਆਫਰ ਲੈਟਰ ਅਪਲਾਈ ਕਰਨਾ ਚਾਹੁੰਦੇ ਹੋ, ਜੇ ਤੁਹਾਡੇ ਕੋਲ ਫਾਈਨਲ ਦੀ ਮਾਰਕਸ਼ੀਟ ਨਹੀਂ ਵੀ ਹੈਗੀ, ਤਾਂ ਬਹੁਤ ਸਾਰੇ ਕਾਲਜ ਇਦਾਂ ਦੇ ਹੈਗੇ ਆ ਜਿਹੜੇ ਕਿ ਕੰਡੀਸ਼ਨਲ ਆਫਰ ਲੈਟਰ ਦੇ ਰਹੇ ਨੇ। ਜਿਵੇਂ ਤੁਸੀਂ ਜਨਵਰੀ ਇਨਟੇਕ 'ਚ ਆਪਣੀ ਸੀਟ ਬੁੱਕ ਕਰ ਸਕਦੇ ਹੋ ਜਿਨ੍ਹਾਂ ਨੇ ਫਾਈਨਲ ਐਗਜ਼ਾਮ ਨਹੀਂ ਦਿੱਤੇ ਹੈ। ਹਾਂਜੀ ਬਿਲਕੁਲ, ਤੁਸੀਂ ਆਪਣੀ ਜਨਵਰੀ ਇਨਟੇਕ 'ਚ ਸੀਟ ਬੁੱਕ ਕਰ ਸਕਦੇ ਹੋ ਜੇ ਤੁਹਾਡਾ ਫਾਈਨਲ ਐਗਜ਼ਾਮ ਦਾ ਰਿਜ਼ਲਟ ਪੈਂਡਿੰਗ ਹੈ। ਸੋ ਇਹ ਇਨਫੋਰਮੇਸ਼ਨ ਸਟੂਡੈਂਟਸ ਤੱਕ ਪਹੁੰਚਣੀ ਜ਼ਰੂਰੀ ਹੈ ਕਿ ਮੈਂ ਕਿਵੇਂ ਆਪਣੀ ਜਨਵਰੀ ਇਨਟੇਕ 'ਚ ਸੀਟ ਬੁੱਕ ਕਰ ਸਕਦਾ। ਸੋ ਜੇ ਤੁਸੀਂ 10ਵੀਂ 12ਵੀਂ ਕੀਤੀ ਹੈ, ਗ੍ਰੈਜੂਏਸ਼ਨ ਕੀਤੀ ਹੈ ਔਰ ਪੋਸਟ ਗ੍ਰੈਜੂਏਸ਼ਨ ਕੀਤੀ ਹੈ, ਤੁਸੀਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਈ ਐਲੀਜੀਬਲ ਹੋ। ਤੁਹਾਡੇ ਕੋਲ ਮਾਰਕਸ਼ੀਟ ਹੋਣੀਆਂ ਜ਼ਰੂਰੀ ਨੇ ਸਾਰੇ ਸਾਲਾਂ ਦੀਆਂ। ਜੇ ਕੋਈ ਗੈਪ ਹੈ ਤਾਂ ਉਹਦੇ ਪਿੱਛੇ ਰੀਜ਼ਨ ਹੋਣਾ ਚਾਹੀਦਾ ਕਿ ਮੈਂ PMT ਦਾ ਟੈਸਟ ਦੇ ਰਿਹਾ ਸੀ, ਮੈਂ ਇੰਜੀਨੀਅਰਿੰਗ ਦੇ ਟੈਸਟ ਦੇ ਰਿਹਾ ਸੀ, ਜਾਂ ਮੈਂ ਸਰਕਾਰੀ ਨੌਕਰੀ ਦੀ ਭਾਲ 'ਚ ਸੀ। ਜੇ ਮੈਂ ਨੌਕਰੀ ਕੀਤੀ ਹੈ ਤਾਂ ਉਹਦਾ ਐਕਸਪੀਰੀਅੰਸ ਲੈਟਰ ਇਹ ਹੈ, ਔਰ ਜੇ ਮੈਂ ਨੌਕਰੀ ਕੀਤੀ ਹੈ, ਜੇ ਮੈਨੂੰ ਐਕਸਪੀਰੀਅੰਸ ਲੈਟਰ ਨਹੀਂ ਵੀ ਮਿਲਿਆ ਤਾਂ ਵੀ ਕੋਈ ਗੱਲ ਨਹੀਂ, ਪਰ ਸੱਚ ਬੋਲਣਾ ਸਭ ਤੋਂ ਵੱਡੀ ਵੀਜ਼ਾ 'ਚ ਲੈਣ ਦੇ ਲਈ ਆਪਾਂ ਨੂੰ ਕੀ ਬੋਲਣਾ? ਸੱਚ। ਜੇ ਅਸੀਂ ਝੂਠ ਬੋਲਾਂਗੇ, ਕੋਈ ਗਲਤ ਪੇਪਰ ਦਾ ਇਸਤੇਮਾਲ ਕਰਾਂਗੇ ਤਾਂ ਸਾਨੂੰ ਰਿਫਿਊਜ਼ਲ ਦਾ ਹੀ ਨਹੀਂ, ਸਾਨੂੰ ਬੈਨ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਜੀ। ਸੋ ਦੂਜੀ ਸਭ ਤੋਂ ਵੱਡੀ ਰਿਕੁਆਇਰਮੈਂਟ ਹੋ ਜਾਂਦੀ ਹੈ ਪਾਸਪੋਰਟ। ਸਾਡੇ ਕੋਲ ਪਾਸਪੋਰਟ ਹੋਣਾ ਜ਼ਰੂਰੀ ਹੈ। ਪਾਸਪੋਰਟ ਤੋਂ ਬਿਨਾ ਆਫਰ ਲੈਟਰ ਨਹੀਂ ਅਪਲਾਈ ਹੋਏਗੀ। ਜੇ ਤੁਹਾਡੇ ਕੋਲ ਪਾਸਪੋਰਟ ਨਹੀਂ ਹੈ ਤਾਂ ਸਭ ਤੋਂ ਪਹਿਲਾਂ ਪਾਸਪੋਰਟ ਬਣਵਾਓ, ਕਿਉਂਕਿ ਮੈਨੂੰ ਲੱਗਦਾ ਪਾਸਪੋਰਟ ਦਫ਼ਤਰ ਖੁੱਲ ਗਏ ਨੇ ਜੀ। ਫਿਰ ਉਸ ਤੋਂ ਵੱਡੀ ਰਿਕੁਆਇਰਮੈਂਟ ਆ ਜਾਂਦੀ ਹੈ ਪਾਸਪੋਰਟ ਤੋਂ ਬਾਅਦ ਆਈਲੈਟਸ, ਇੰਗਲਿਸ਼। ਅੱਜ ਦੀ ਡੇਟ 'ਚ ਮੈਂ ਆਈਲੈਟਸ ਨਹੀਂ ਕਹਾਂਗਾ ਕਿਉਂਕਿ ਇੰਗਲਿਸ਼ ਦੇ ਥਾਂ ਤੇ ਬਹੁਤ ਸਾਰੇ ਟੈਸਟ ਆ ਗਏ ਨੇ। ਆਈਲੈਟਸ, ਡਿਊਲਿੰਗੋ, ਟੋਫਲ ਹੋਮ ਬੇਸਡ ਐਡੀਸ਼ਨ। ਸੋ ਬਹੁਤ ਸਾਰੇ ਇੰਗਲਿਸ਼ ਦੇ ਟੈਸਟ ਆ ਚੁੱਕੇ ਨੇ ਕਿਉਂਕਿ ਆਈਲੈਟਸ ਦਾ ਐਗਜ਼ਾਮ ਕੰਡਕਟ ਨਹੀਂ ਹੋ ਰਿਹਾ। PTE ਕਹਿ ਰਹੇ ਨੇ ਕਿ ਜਿਹੜੇ ਉਹਨਾਂ ਦੇ ਕੁਝ ਸੈਂਟਰ ਹੈਗੇ ਆ ਉੱਥੇ ਟੈਸਟਿੰਗ ਸ਼ੁਰੂ ਹੋ ਚੁੱਕੀ ਹੈ। ਸੋ ਜੇ ਤੁਸੀਂ PTE ਦਾ ਟੈਸਟ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਟੈਸਟ ਦੇ ਸਕਦੇ ਹੋ। ਆਈਲੈਟਸ ਦੀ ਵੀ ਮੈਨੂੰ ਲੱਗਦਾ ਕਿ ਜੁਲਾਈ 'ਚ ਐਗਜ਼ਾਮ ਹੋਣੇ ਸ਼ੁਰੂ ਹੋ ਜਾਣਗੇ। ਜਿੱਦਾਂ ਦਾ ਟ੍ਰੈਂਡ ਚੱਲ ਰਿਹਾ ਹੈ, ਸਭ ਕੁਝ ਖੁੱਲਣਾ ਸ਼ੁਰੂ ਹੋ ਗਿਆ। ਸੋ ਆਈਲੈਟਸ ਦੇ ਵੀ ਐਗਜ਼ਾਮ ਹੋਣੇ ਸ਼ੁਰੂ ਹੋ ਜਾਣਗੇ। ਸੋ ਜਿਹੜੇ ਸਟੂਡੈਂਟ ਬਾਹਰ ਜਾਣਾ ਚਾਹੁੰਦੇ ਨੇ ਅੱਜ ਦੀ ਡੇਟ 'ਚ ਘਰ ਬੈਠੇ ਨੇ ਤਾਂ ਡਿਊਲਿੰਗੋ ਦਾ ਟੈਸਟ ਕਰੋ। ਡਿਊਲਿੰਗੋ ਦੀ ਆਨਲਾਈਨ ਟ੍ਰੇਨਿੰਗ ਲੈਣਾ ਚਾਹੁੰਦੇ ਹੋ, ਆਈਲੈਟਸ ਦੀ ਆਨਲਾਈਨ ਟ੍ਰੇਨਿੰਗ ਲੈਣਾ ਚਾਹੁੰਦੇ ਹੋ, ਲੈਂਡਮਾਰਕ ਇਮੀਗ੍ਰੇਸ਼ਨ ਨੇ ਪੋਰਟਲ ਤਿਆਰ ਕੀਤਾ ਜਿਹਦੇ ਵਿੱਚ ਤੁਸੀਂ ਸਾਰਾ ਕੁਝ ਆਨਲਾਈਨ ਪੜ੍ਹ ਸਕਦੇ ਹੋ, ਮੌਕ ਟੈਸਟ ਕਰ ਸਕਦੇ ਹੋ, ਆਪਣਾ ਰਿਜ਼ਲਟ ਦੇਖ ਸਕਦੇ ਹੋ, ਬਿਲਕੁਲ ਲਾਈਵ ਕਲਾਸਿਸ ਅਟੈਂਡ ਕਰ ਸਕਦੇ ਹੋ ਪੂਰੀ ਪੋਰਟਲ ਦੇ ਵਿੱਚ। ਸੋ ਸਟੂਡੈਂਟਸ ਸਭ ਤੋਂ ਪਹਿਲਾਂ ਸਾਰੇ ਡਾਕੂਮੈਂਟਸ ਹੋ ਗਏ, ਪਾਸਪੋਰਟ ਆ ਗਿਆ, ਸਾਡੇ ਕੋਲ ਇੰਗਲਿਸ਼ ਦਾ ਟੈਸਟ ਆ ਗਿਆ। ਉਸ ਤੋਂ ਬਾਅਦ ਅਸੀਂ ਆਫਰ ਲੈਟਰ ਅਪਲਾਈ ਕਰਦੇ ਹਾਂ। ਇੰਗਲਿਸ਼ ਦਾ ਟੈਸਟ ਹੈਗਾ ਮੇਰੇ ਕੋਲ, ਪਾਸਪੋਰਟ ਹੈਗਾ, ਆਪਣੀਆਂ ਮਾਰਕਸ਼ੀਟਸ ਹੈਗੀਆਂ, ਅਸੀਂ ਆਫਰ ਲੈਟਰ ਅਪਲਾਈ ਕਰਦੇ ਹਾਂ। ਔਰ ਆਫਰ ਲੈਟਰ ਜਦੋਂ ਸਾਡੀ ਕਿਸੇ ਕਾਲਜ 'ਚੋਂ ਆਉਂਦੀ ਹੈ ਸਾਨੂੰ ਟਿਊਸ਼ਨ ਫੀਸ ਜਮ੍ਹਾਂ ਕਰਾਉਣੀ ਹੁੰਦੀ ਹੈ। ਬਿਲਕੁਲ ਸਹੀ ਤੁਸੀਂ ਸੁਣ ਰਹੇ ਹੋ ਕਿ ਟਿਊਸ਼ਨ ਫੀਸ ਜਮ੍ਹਾਂ ਹੋਏ ਬਿਨਾ ਤੁਹਾਨੂੰ LOA ਨਹੀਂ ਮਿਲਦੀ, ਲੈਟਰ ਆਫ ਐਕਸੈਪਟੈਂਸ, ਤੁਹਾਨੂੰ ਫੀ ਰਿਸੀਟ ਨਹੀਂ ਮਿਲਦੀ, ਜਿਹੜੀ ਕਿ ਤੁਹਾਡੀ ਫਾਈਲ 'ਚ ਲੱਗਣੀ ਸ਼ਰਤ। ਪਹਿਲੀ ਸ਼ਰਤ ਹੈ ਕਿ ਫੀ ਰਿਸੀਟ ਲੱਗੇਗੀ ਤਾਂ ਹੀ ਕੇਸ ਅਪਲਾਈ ਹੋਏਗਾ। ਜੇ ਤੁਸੀਂ ਉਹਦੇ ਬਿਨਾ ਤੁਸੀਂ ਕੇਸ ਅਪਲਾਈ ਕਰ ਰਹੇ ਹੋ ਇਹਦਾ ਮਤਲਬ ਤੁਸੀਂ ਆਪਣੇ ਭਵਿੱਖ ਨਾਲ ਖਿਲਵਾੜ ਕਰ ਰਹੇ ਹੋ। ਕਿਉਂਕਿ ਕਈ ਇਦਾਂ ਕਹਿੰਦੇ ਨੇ ਨਾ ਕੰਸਲਟੈਂਟ ਕਿ ਵੀ ਜਿਹੜੀ ਫੀਸ ਹੈ ਉਹ ਵੀ ਤੁਸੀਂ ਬਾਅਦ ਵਿੱਚ ਹੀ ਪੇ ਕਰਨੀ ਹੈ। ਸੀ ਦੋ ਕੈਟਾਗਰੀਜ਼ ਹੈਗੀਆਂ, SDS ਔਰ ਨਾਨ SDS। ਠੀਕ ਹੈ। SDS ਕੈਟਾਗਰੀ 'ਚ ਪੂਰੇ ਸਾਲ ਦੀ ਫੀਸ ਦੇਣੀ ਜ਼ਰੂਰੀ ਹੈ। ਨਾਨ SDS 'ਚ ਤੁਸੀਂ 6 ਮਹੀਨੇ ਦੀ ਫੀਸ ਦੇ ਕੇ ਵੀ ਜਾ ਸਕਦੇ ਹੋ।
ਸੋ ਦੋ ਹੀ ਕੈਟਾਗਰੀ ਹੈਗੀਆਂ। ਸੋ ਜੇ ਅਸੀਂ 6 ਮਹੀਨੇ ਦੀ ਫੀਸ ਵੀ ਲਾਈਏ, ਜੇ ਪੂਰੇ ਸਾਲ ਦੀ ਫੀਸ ਲਾਈਏ, 5 ਲੱਖ ਤੋਂ ਲੈ ਕੇ 10-12 ਲੱਖ ਤੱਕ ਕਾਲਜ ਦੀ ਫੀਸ ਡਿਪੈਂਡ ਕਰਦੀ ਹੈ। ਸੋ ਉਹ ਕਿਉਂ ਮੈਨੂੰ ਸਟੂਡੈਂਟਸ ਬਹੁਤ ਵਾਰੀ ਪੁੱਛਦੇ ਕਿ ਇੱਕ ਕਾਲਜ ਦੀ ਫੀਸ 5 ਲੱਖ, ਦੂਜੇ ਕਾਲਜ ਦੀ ਫੀਸ 10 ਲੱਖ, ਇੰਨਾ ਫਰਕ ਕਿਉਂ? ਜੇ ਤੁਸੀਂ ਚੂਜ਼ ਕਰੋਗੇ ਵੱਡੇ ਸ਼ਹਿਰ, ਟੋਰਾਂਟੋ, ਵੈਂਕੂਵਰ, ਕੈਲਗਰੀ, ਮੇਨ ਸ਼ਹਿਰ ਤੁਸੀਂ ਚੂਜ਼ ਕਰੋਗੇ ਤਾਂ ਫੀਸ ਜ਼ਿਆਦਾ ਹੋਏਗੀ। ਜੇ ਤੁਸੀਂ ਕਿਤੇ ਛੋਟੇ ਸ਼ਹਿਰਾਂ ਦੀ ਚੋਣ ਕਰੋਗੇ ਜਿਹਦੇ ਬਾਰੇ ਤੁਸੀਂ ਸੁਣਿਆ ਵੀ ਨਹੀਂ, ਕਈ ਸਟੂਡੈਂਟਸ ਨੇ ਸੁਣਿਆ ਵੀ ਨਹੀਂ ਹੁੰਦਾ, ਜਾਂ ਅਸੀਂ ਅਟਲਾਂਟਿਕ ਪ੍ਰੋਵਿੰਸਿਸ ਦੀ ਗੱਲ ਕਰੀਏ, ਜਾਂ ਕੋਈ ਸ਼ਹਿਰ ਇਦਾਂ ਦੇ ਹੈਗੇ ਜਿੱਥੇ ਫੀਸ 10 ਲੱਖ ਹੋਏਗੀ। ਸੋ ਜਿੰਨਾ ਛੋਟਾ ਸ਼ਹਿਰ ਹੁੰਦਾ, ਐਡਮਿਨਿਸਟ੍ਰੇਸ਼ਨ ਚਾਰजेस ਘੱਟ ਹੁੰਦੇ ਨੇ, ਅਕੋਮੋਡੇਸ਼ਨ ਚਾਰजेस ਘੱਟ ਹੁੰਦੇ ਆ, ਲੈਂਡ ਕਾਸਟ ਘੱਟ ਹੁੰਦੀ ਹੈ। ਸੋ ਇਹ ਸਾਰੀਆਂ ਡਿਪੈਂਡ ਕਰਦਾ। ਕਈ ਪਬਲਿਕ ਕਾਲਜਿਸ ਨੂੰ ਫੰਡਿੰਗ ਬਹੁਤ ਜ਼ਿਆਦਾ ਹੁੰਦੀ ਹੈ, ਉਸ ਹਿਸਾਬ ਨਾਲ ਉਹ ਆਪਣੀ ਫੀਸ ਘੱਟ ਕਰਦੇ। ਸੋ 5 ਲੱਖ ਰੁਪਏ ਸਾਲਾਨਾ ਤੋਂ ਫੀਸ ਸ਼ੁਰੂ ਹੋ ਕੇ 10 ਤੋਂ 12 ਲੱਖ ਰੁਪਏ ਸਾਲ ਦੀ ਜਾਂਦੀ ਹੈ। ਜੇ ਤੁਸੀਂ 6 ਮਹੀਨੇ ਦੀ ਦੇਣਾ ਚਾਹੁੰਦੇ ਹੋ ਤਾਂ ਤੁਸੀਂ 6 ਮਹੀਨੇ ਦੀ ਦਿੰਦੇ ਹੋ ਤਾਂ ਤੁਹਾਡੀ ਫਾਈਲ ਲੱਗਦੀ ਹੈ ਨੌਨ SDS 'ਚ, ਔਰ ਜੇ ਤੁਸੀਂ ਪੂਰੇ ਸਾਲ ਦੀ ਫੀਸ ਦਿੰਦੇ ਹੋ ਤਾਂ ਤੁਹਾਡੀ ਫਾਈਲ ਲੱਗਦੀ ਹੈ SDS ਕੈਟਾਗਰੀ 'ਚ। ਫੀਸ ਦੇਣੀ ਜ਼ਰੂਰੀ ਹੈ। ਮੈਂ ਬਾਰ-ਬਾਰ ਇਸ ਲਈ ਕਹਿ ਰਿਹਾ ਕਿਉਂਕਿ ਸਟੂਡੈਂਟਸ ਕਈ ਵਾਰੀ ਮਿਸਗਾਈਡ ਹੋ ਜਾਂਦੇ। ਫੀਸ ਦਿੱਤੇ ਬਿਨਾ ਤੁਹਾਡੀ ਫਾਈਲ ਕੈਨੇਡਾ ਸਟੂਡੈਂਟ ਵੀਜ਼ਾ ਦੀ ਨਹੀਂ ਲੱਗਦੀ। ਸੋ ਫੀਸ ਦੇਣੀ ਜ਼ਰੂਰੀ ਹੈ। ਉਸ ਤੋਂ ਬਾਅਦ ਬਹੁਤ ਇੰਪੋਰਟੈਂਟ ਪਾਰਟ ਆ ਜਾਂਦਾ GIC। ਮੈਂ ਬਿਲਕੁਲ ਬੇਸਿਕ ਡਿਸਕਸ ਕਰ ਰਿਹਾ ਕਿਉਂਕਿ ਕਾਫੀ ਸਾਰੇ ਸਟੂਡੈਂਟ ਹੈ ਇਹ ਨੌਲੇਜ ਤੋਂ ਬਿਨਾ ਆਪਣਾ ਕੇਸ ਖਰਾਬ ਕਰ ਬੈਠਦੇ ਆ, ਇਹ ਨੌਲੇਜ ਤੋਂ ਬਿਨਾ ਆਪਣਾ ਕੇਸ ਜਿਹਨੂੰ ਕਹਿੰਦੇ ਆ ਰਿਫਿਊਜ਼ਲ ਲੈ ਬੈਠਦੇ ਆ, ਔਰ ਫਿਰ ਬਾਅਦ ਚ ਕਹਿੰਦੇ ਸਾਨੂੰ ਕੰਸਲਟੈਂਟ ਨੇ ਦੱਸਿਆ ਹੀ ਨਹੀਂ। ਇਹ ਸਾਰੀਆਂ ਗੱਲਾਂ ਆਨਲਾਈਨ ਹੈ, ਸਾਰਾ ਪ੍ਰੋਸੈਸ ਆਨਲਾਈਨ ਹੈ, ਸਾਰਾ ਕੁਝ ਆਨਲਾਈਨ ਹੈਗਾ। ਜਦੋਂ ਆਪਾਂ ਫੋਨ ਤੇ ਸਾਰਾ ਟਾਈਮ ਲੱਗੇ ਰਹਿੰਦੇ ਆ, ਜੇ ਤੁਸੀਂ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਫੋਨ ਤੇ ਆਪਣੇ ਭਵਿੱਖ ਬਾਰੇ ਵੀ ਸਰਚ ਕਰੋ ਜੀ। ਸੋ ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਚੀਜ਼ ਆਉਂਦੀ ਹੈ GIC ਕੀ ਹੁੰਦਾ? ਕਿਸੇ ਵੀ ਕੰਟਰੀ ਜਾਣਾ ਹੁੰਦਾ ਅਸੀਂ ਕਹਿੰਦੇ ਫੰਡ ਸ਼ੋ ਕਰਨੇ। ਸੋ ਕੈਨੇਡਾ ਵਿੱਚ ਫੰਡ ਸ਼ੋ ਨਹੀਂ ਹੁੰਦੇ। ਪਹਿਲਾਂ ਤਾਂ ਅਸੀਂ ਇਹ ਗੱਲ ਵੀ ਸਮਝੀਏ ਕਿ ਕੈਨੇਡਾ ਵਿੱਚ ਫੰਡ ਸ਼ੋ ਨਹੀਂ ਹੁੰਦੇ, ਚਾਹੇ ਉਹ ਕੋਈ ਵੀ ਕੈਟਾਗਰੀ, ਚਾਹੇ ਉਹ ਕਿਹੜੀ ਵੀ ਕੈਟਾਗਰੀ ਹੋਵੇ, ਚਾਹੇ ਉਹ SDS ਹੈ, ਨੌਨ SDS ਹੈ, ਕੈਨੇਡਾ ਵਿੱਚ ਫੰਡ ਸ਼ੋ ਬਿਲਕੁਲ ਨਹੀਂ ਹੁੰਦੇ। ਠੀਕ ਹੈ। GIC ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ ਸਿਰਫ ਇੱਕ ਇਦਾਂ ਦਾ ਸਰਟੀਫਿਕੇਟ ਜਿਹਦੇ ਵਿੱਚ ਬੱਚਾ ਆਪਣੀ ਲਿਵਿੰਗ ਕਾਸਟ ਡਿਪੋਜ਼ਿਟ ਕਰੇਗਾ। $10,200 ਜਮ੍ਹਾਂ ਹੁੰਦੇ ਆ, ਜਿਹਦੇ ਚ $200 ਐਡਮਿਨਿਸਟ੍ਰੇਸ਼ਨ ਚਾਰजेस ਹੈ ਬੈਂਕ ਦੀ। ਕਿਸੇ ਵੀ ਬੈਂਕ ਚ ਖੋਲ ਸਕਦੇ ਹੋ, CIBC ਬੈਂਕ, ਕੈਨੇਡੀਅਨ ਬੈਂਕ, ਨੋਵਾ ਸਕੋਸ਼ੀਆ ਬੈਂਕ, SBI ਬੈਂਕ, ICICI ਬੈਂਕ, HSBC ਬੈਂਕ, ਕਿਸੇ ਵੀ ਬੈਂਕ ਚ ਤੁਸੀਂ GIC ਅਕਾਊਂਟ ਖੋਲ ਸਕਦੇ ਹੋ। ਅੱਜ ਦੀ ਡੇਟ ਚ ਸਾਰੇ ਬੈਂਕ ਆਥੋਰਾਈਜ਼ ਹੋ ਚੁੱਕੇ ਆ। ਮੈਂ ਪ੍ਰੈਫਰ ਕਰਾਂਗਾ ਜਾਂ ਤਾਂ ਤੁਸੀਂ ICICI ਚ ਖੋਲੋ ਜਾਂ ਤੁਸੀਂ CIBC ਚ ਖੋਲੋ, ਕਿਉਂਕਿ ਉੱਥੇ ਸਾਡੇ ਨਾਲ ਉਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ। ਜੇ ਤੁਹਾਡੇ ਕੋਈ ਅਕਾਊਂਟ 'ਚ ਕੋਈ ਪ੍ਰੋਬਲਮ ਹੋ ਜਾਂਦੀ ਹੈ ਉਹਨਾਂ ਨੂੰ ਅਪਰੋਚ ਕਰਨਾ ਸੌਖਾ ਹੈ, ਬਾਕੀ ਬੈਂਕਾਂ ਨੂੰ ਅਪਰੋਚ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ। ਸੋ ਤੁਸੀਂ ਖੋਲਣਾ ਚਾਹੁੰਦੇ ਬੈਂਕ ਅਕਾਊਂਟ ਖੋਲਿਆ, $10,200 ਜਮ੍ਹਾਂ ਹੁੰਦੇ ਆ। ਅੱਜ ਦੀ ਡੇਟ 'ਚ ਡਾਲਰ ਬਹੁਤ ਤੇਜ਼ੀ ਪਕੜ ਗਿਆ, 54-55 ਰੁਪਏ ਹੋ ਗਿਆ। ਸੋ ਉਸ ਹਿਸਾਬ ਨਾਲ ਜਿਹਨੇ 5.5 ਲੱਖ ਦੇ ਕਰੀਬ ਤੁਸੀਂ ਪੈਸੇ ਜਮ੍ਹਾਂ ਕਰਾਓਗੇ, ਜਿਹੜੇ ਪੈਸੇ ਪੂਰੇ ਰਿਫੰਡੇਬਲ ਹੈ। ਜਦੋਂ ਤੁਸੀਂ ਕੈਨੇਡਾ ਪਹੁੰਚਦੇ ਹੋ ਤੁਹਾਨੂੰ $2,000 ਪਹਿਲੇ ਸਾਲ ਮਿਲਦੇ ਆ, ਔਰ ਬਾਕੀ ਪੈਸੇ ਸਾਲਾਨਾ ਹਰ ਮਹੀਨੇ ਮਿਲਦੇ ਰਹਿੰਦੇ ਆ ਪੂਰੇ ਸਾਲ ਦੇ ਵਿੱਚ। ਸੋ ਕੋਈ ਫੰਡ ਸ਼ੋ ਕਰਨ ਦੀ ਜ਼ਰੂਰਤ ਨਹੀਂ ਹੈਗੀ। ਲਿਵਿੰਗ ਕਾਸਟ ਲਈ GIC ਅਕਾਊਂਟ ਖੁੱਲ੍ਹਦਾ, ਉਹਦੇ ਵਿੱਚ $10,200 ਜਮ੍ਹਾਂ ਹੁੰਦੇ ਆ। ਇਸ ਤੋਂ ਬਾਅਦ ਆ ਜਾਂਦੀ ਹੈ ਕਿ ਫਾਈਲ ਮੈਡੀਕਲ ਹੁੰਦਾ। ਮੈਡੀਕਲ ਹੋਣਾ ਜ਼ਰੂਰੀ ਹੈ, ਮੈਡੀਕਲ ਤੋਂ ਬਿਨਾਂ ਤੁਸੀਂ ਕੈਨੇਡਾ ਨਹੀਂ ਜਾ ਸਕਦੇ ਜੀ। ਮੈਡੀਕਲ ਹੁੰਦਾ ਹੈ, ਫਾਈਲ ਆਨਲਾਈਨ ਅਪਲੋਡ ਹੁੰਦੀ ਹੈ। ਫਾਈਲ ਜਦੋਂ ਆਨਲਾਈਨ ਅਪਲੋਡ ਹੁੰਦੀ ਹੈ ਤਾਂ ਬਾਇਓਮੈਟ੍ਰਿਕ ਰਿਕੁਐਸਟ ਆਉਂਦੀ ਹੈ, ਜਿਹਨੂੰ ਅਸੀਂ ਫਿੰਗਰਪ੍ਰਿੰਟ ਵੀ ਕਹਿ ਸਕਦੇ ਹਾਂ। ਸੋ ਫਿੰਗਰਪ੍ਰਿੰਟ ਦੀ ਜਦੋਂ ਰਿਕੁਐਸਟ ਹੁੰਦੀ ਹੈ ਤਾਂ ਤੁਸੀਂ VFS ਸੈਂਟਰ ਜਾਂਦੇ ਹੋ, ਆਪਣੇ ਫਿੰਗਰਪ੍ਰਿੰਟ ਕਰਾਉਂਦੇ ਹੋ। ਪਰ ਇੱਥੇ ਸਵਾਲ ਆਏਗਾ ਸਟੂਡੈਂਟਸ ਦਾ ਕਿ VFS ਸੈਂਟਰ ਕਦੋਂ ਖੁੱਲ੍ਹਣਗੇ? ਸਾਨੂੰ ਪੂਰੀ ਉਮੀਦ ਹੈ ਕਿ ਜੂਨ ਦੇ ਮਹੀਨੇ 'ਚ VFS ਸੈਂਟਰ ਫੁੱਲੀ ਆਪਰੇਸ਼ਨਲ ਹੋ ਜਾਣਗੇ। ਜਿਵੇਂ ਕਿ ਰੈਸਟੋਰੈਂਟਸ, ਹੋਟਲਸ, ਈਵਨ ਮਾਲਸ ਨੂੰ ਵੀ ਕਹਿ ਦਿੱਤਾ ਗਿਆ ਕਿ ਉਹ ਖੁੱਲ੍ਹ ਜਾਣਗੇ, ਤਾਂ VFS ਸੈਂਟਰਸ ਵੀ ਫੁੱਲੀ ਆਪਰੇਸ਼ਨਲ ਹੋ ਜਾਣਗੇ। ਸੋ ਫਿੰਗਰਪ੍ਰਿੰਟ ਕਰਾ ਕੇ ਤੁਹਾਡੀ ਫਾਈਲ ਦੇ ਉੱਤੇ ਰਿਜ਼ਲਟ ਆਉਂਦਾ, ਔਰ ਰਿਜ਼ਲਟ ਤੋਂ ਬਾਅਦ ਵੀਜ਼ਾ ਲੈ ਕੇ ਤੁਸੀਂ ਕੈਨੇਡਾ ਜਾ ਸਕਦੇ ਹੋ। ਇਹ ਹੈਗਾ ਕੈਨੇਡਾ ਦਾ ਸਟੱਡੀ ਵੀਜ਼ਾ ਪ੍ਰੋਸੈਸ। ਔਰ ਜੇ ਅਸੀਂ ਇਸ ਪ੍ਰੋਸੈਸ 'ਚੋਂ ਕੁਝ ਵੀ ਮਿਸ ਕਰਦੇ ਆ, ਫੀਸ ਨਹੀਂ ਜਮ੍ਹਾਂ ਕਰਾਉਂਦੇ, GIC ਨਹੀਂ ਜਮ੍ਹਾਂ ਕਰਾਉਂਦੇ, ਮੈਡੀਕਲ ਨਹੀਂ ਕਰਾਉਂਦੇ, ਕੀ ਕਹਿੰਦੇ ਬਾਇਓਮੈਟ੍ਰਿਕਸ ਨਹੀਂ ਕਰਾਉਂਦੇ, ਤੁਸੀਂ ਮਤਲਬ ਆਪਣੇ ਕਰੀਅਰ ਨਾਲ ਖਿਲਵਾੜ ਕਰ ਰਹੇ ਆ। ਔਰ ਰਿਫਿਊਜ਼ਲ ਲਈ ਤਿਆਰ ਹੋ ਜਾਓ। ਮੈਂ ਕਹਿੰਦਾ ਸਾਰਿਆਂ ਨੂੰ ਰਿਫਿਊਜ਼ਲ ਨਹੀਂ ਮਿਲੂਗੀ ਜੀ, 100 ਨੂੰ 1 ਨੂੰ ਵੀਜ਼ਾ ਮਿਲ ਵੀ ਸਕਦਾ। ਕਈ ਵਾਰੀ ਵੀਜ਼ਾ ਅਫਸਰ ਗਲਤੀ ਨਾਲ ਵੀ ਵੀਜ਼ਾ ਦੇ ਸਕਦਾ, ਪਰ ਇਹ ਸਾਰੀਆਂ ਚੀਜ਼ਾਂ ਕਰਨੀਆਂ ਜ਼ਰੂਰੀ ਹੈ, ਔਰ ਉਹ ਵੀ ਵੀਜ਼ਾ ਤੋਂ ਪਹਿਲਾਂ।
ਜੀ ਬਿਲਕੁਲ। ਸੋ ਜਸਮੀਤ ਸਰ, ਸਾਰੇ ਸਟੂਡੈਂਟਸ ਦੇ ਵਾਸਤੇ ਡਿਪਲੋਮਾ ਹੀ ਕਿਉਂ? ਵੀ ਤੁਸੀਂ ਡਿਪਲੋਮਾ ਲੈ ਲਓ, ਤੁਹਾਨੂੰ ਜਲਦੀ ਵੀਜ਼ਾ ਮਿਲ ਜਾਏਗਾ। ਸੀ ਡਿਪਲੋਮਾ 'ਚ ਐਡਮਿਸ਼ਨ ਲੈਣੀ ਸੌਖੀ ਹੈ, ਹੂੰ। ਇਸ ਕਰਕੇ ਕਿਸੇ ਵੀ ਕੰਸਲਟੈਂਟ, ਕੋਈ ਵੀ ਕੰਸਲਟੈਂਟ ਡਿਗਰੀ ਬਾਰੇ ਗੱਲ ਹੀ ਨਹੀਂ ਕਰਦਾ, ਪਹਿਲੀ ਗੱਲ। ਦੂਸਰੀ ਚੀਜ਼ ਹੋ ਜਾਂਦੀ ਹੈ, ਡਿਪਲੋਮਾ 2 ਸਾਲ ਦਾ, ਬੈਚਲਰ ਡਿਗਰੀ 3 ਜਾਂ 4 ਸਾਲ ਦੀ ਹੁੰਦੀ ਹੈ। ਤਾਂ ਸਾਡੇ ਪੰਜਾਬ 'ਚ ਟ੍ਰੈਂਡ ਬਣਿਆ ਹੋਇਆ ਕਿ ਮੈਂ 2 ਸਾਲ ਪੜ੍ਹਾਈ ਕਰਾਂ, 3 ਸਾਲ ਦਾ ਵਰਕ ਪਰਮਿਟ ਲਾਂ ਔਰ ਮੈਂ ਸੈਟਲ ਹੋ ਜਾ। ਸੋ ਇਹ ਟ੍ਰੈਂਡ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਤੋੜਨਾ ਚਾਹੀਦਾ, ਕਿਉਂਕਿ ਅਸੀਂ ਸਾਰੇ ਡਿਪਲੋਮਾ ਕਰਕੇ ਲੋਅਰ ਜੌਬਸ ਕਰਨਾ ਚਾਹੁੰਦੇ ਹਾਂ। ਅਸੀਂ ਕਿਉਂ ਨਹੀਂ ਡਿਗਰੀ ਕਰਨਾ ਚਾਹੁੰਦੇ, ਜਿੱਥੇ ਕਿ ਡਿਗਰੀ 3 ਸਾਲ ਦੀ ਵੀ ਹੈਗੀ ਹੈ, ਜਿੱਥੇ ਐਡਵਾਂਸ ਡਿਪਲੋਮਾ 3 ਸਾਲ ਦਾ ਹੈ, 3 ਸਾਲ ਦੀ ਡਿਗਰੀ ਵੀ ਹੈਗੀ ਹੈ, 4 ਸਾਲ ਦੀ ਡਿਗਰੀ ਵੀ ਹੈਗੀ ਹੈ। ਸੋ ਉਹ ਫਰਕ ਤਾਂ ਹਮੇਸ਼ਾ ਹੀ ਰਹੇਗਾ ਕਿ ਜਿਹੜਾ ਬੈਚਲਰ ਡਿਗਰੀ ਕਰੇਗਾ ਉਹਨੂੰ ਥੋੜੀ ਅੱਛੀ ਜੌਬ ਮਿਲੇਗੀ, ਜਿਹੜਾ ਡਿਪਲੋਮਾ ਕਰੇਗਾ ਉਹਨੂੰ ਥੋੜੀ ਜੀ ਲੋਅਰ ਜੌਬ ਮਿਲੇਗੀ। ਮੇਰਾ ਇਹ ਕਹਿਣ ਦਾ ਮਤਲਬ ਨਹੀਂ ਹੈਗਾ ਕਿ ਜੌਬਸ ਨਹੀਂ ਮਿਲਦੀਆਂ, ਜੌਬ ਹਰ ਕਿਸੇ ਨੂੰ ਮਿਲੇਗੀ, ਪਰ ਅਸੀਂ ਦੇਖੀਏ ਕਿ ਅਸੀਂ ਡਿਗਰੀ ਕਰ ਸਕਦੇ ਹਾਂ ਤਾਂ ਕਿਉਂ ਨਾ ਡਿਗਰੀ ਕੀਤੀ ਜਾਵੇ, ਇੱਕ ਅੱਛੇ ਫਿਊਚਰ ਲਈ ਡਿਗਰੀ ਕੀਤੀ ਜਾਵੇ, ਤਾਂ ਕਿ ਡਿਗਰੀ ਕਰਕੇ ਸਾਨੂੰ ਇੱਕ ਅੱਛੀ ਵਾਈਟ ਕਾਲਰ ਜੌਬ ਮਿਲ ਸਕੇ। ਸੋ ਇਹੀ ਫਰਕ ਜੇ ਅਸੀਂ ਗੱਲ ਕਰੀਏ, ਪਹਿਲੀ ਗੱਲ ਤਾਂ ਜਿਹੜੇ ਡਿਪਲੋਮਾਸ ਹੁੰਦੇ ਆ, ਕੁਝ ਡਿਪਲੋਮਾ ਸਰਟੀਫਿਕੇਟ ਪ੍ਰੋਗਰਾਮਸ ਹੁੰਦੇ ਆ ਉਹ 1 ਸਾਲ ਦੇ ਹੁੰਦੇ ਆ, ਠੀਕ ਹੈ। ਕੁਝ ਡਿਪਲੋਮਾਸ 2 ਸਾਲ ਦੇ ਹੁੰਦੇ ਆ ਔਰ ਕੁਝ ਐਡਵਾਂਸ ਡਿਪਲੋਮਾਸ 3 ਸਾਲ ਦੇ ਹੁੰਦੇ ਆ, ਠੀਕ ਹੈ। ਸੋ ਇਦਾਂ ਹੀ ਜੇ ਮੈਂ ਡਿਗਰੀਜ਼ ਦੀ ਗੱਲ ਕਰਾਂ ਤਾਂ 3 ਸਾਲ ਦੀ ਬੈਚਲਰ ਡਿਗਰੀ ਵੀ ਹੈਗੀ ਹੈ ਔਰ 4 ਸਾਲ ਦੀ ਬੈਚਲਰ ਡਿਗਰੀ ਵੀ ਹੈਗੀ ਹੈ। ਸੋ ਤੁਸੀਂ 3 ਸਾਲ ਵਾਲੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ 3 ਸਾਲ ਦੀ ਬੈਚਲਰ ਡਿਗਰੀ ਵੀ ਕਰ ਸਕਦੇ ਹੋ। ਜੀ। ਸੋ ਕਾਫੀ ਸਾਰੀਆਂ ਯੂਨੀਵਰਸਿਟੀਆਂ ਆਫਰ ਕਰ ਰਹੀਆਂ ਜੀ। ਸੋ ਕੈਨੇਡਾ ਦੇ ਵਿੱਚ ਕੰਮ ਕਰਨ ਦਾ ਪ੍ਰੋਸੀਜਰ ਕੀ ਰਹਿੰਦਾ, ਵੀ ਕੰਮ ਕਿਹਨੂੰ ਮਿਲਦਾ ਹੈਗਾ, ਕਿੰਨੇ ਟਾਈਮ ਦੇ ਵਾਸਤੇ ਮਿਲਦਾ ਤੇ ਪੱਕੇ ਹੋਣ ਦੇ ਚਾਂਸਸ ਕਦੋਂ ਬਣਦੇ ਨੇ ਸਟੂਡੈਂਟ ਦੇ? ਸੀ ਕੈਨੇਡਾ 'ਚ ਕੋਈ ਵੀ ਸਟੂਡੈਂਟ ਜਾਂਦਾ ਹੈ, ਜਦੋਂ ਉਹ ਵੀਜ਼ਾ ਜਦੋਂ ਬਾਰਡਰ ਕ੍ਰਾਸ ਕਰਦਾ ਹੈ, ਖਾਸ ਕਰਕੇ ਬਾਰਡਰ ਸਿਕਿਉਰਿਟੀ ਤੇ ਉਹਨੂੰ ਇੱਕ ਸਟੱਡੀ ਪਰਮਿਟ ਇਸ਼ੂ ਹੁੰਦਾ ਹੈ। ਬੜਾ ਇੰਪੋਰਟੈਂਟ ਪਾਰਟ ਹੈ, ਇੱਥੇ ਅਸੀਂ ਪੂਰਾ ਸ਼ੋਅ ਕਰ ਸਕਦੇ ਹਾਂ ਕਿ ਕੈਨੇਡਾ ਦੇ ਬਾਰਡਰ ਤੇ ਵੀਜ਼ਾ ਮਿਲੇਗਾ, ਕੈਨੇਡਾ ਦੇ ਬਾਰਡਰ ਤੇ ਕੀ ਹੁੰਦਾ ਹੈ। ਸੋ ਕੈਨੇਡਾ ਇੱਥੋਂ ਸਿਰਫ ਸਟੂਡੈਂਟ ਨੂੰ ਵੀਜ਼ਾ ਮਿਲਦਾ, ਉੱਥੇ ਜਾ ਕੇ ਉਹਨੂੰ ਮਿਲਦਾ ਸਟੂਡੈਂਟ ਪਰਮਿਟ, ਠੀਕ ਹੈ। ਉਹਨੂੰ ਮਿਲਦਾ ਸਟੂਡੈਂਟ ਨੂੰ ਪਰਮਿਟ ਕਿ ਅੱਗੇ ਉਹਦੇ ਪਰਮਿਟ 'ਚ ਕੀ ਕੰਡੀਸ਼ਨਸ ਹੈ, ਉੱਥੇ ਲਿਖਿਆ ਮਿਲਦਾ ਕਿ ਯੂ ਕੈਨ ਵਰਕ 20 ਆਵਰਸ ਡਿਊਰਿੰਗ ਯੋਰ ਸਟੱਡੀਜ਼ ਐਂਡ 40 ਆਵਰਸ ਡਿਊਰਿੰਗ ਯੋਰ ਵੈਕੇਸ਼ਨਸ। ਯਾਨੀ ਕਿ ਜਦੋਂ ਤੁਹਾਡੀਆਂ ਹੌਲੀਡੇਜ਼ ਹੈਗੀਆਂ ਤੁਸੀਂ 40 ਘੰਟੇ ਕੰਮ ਕਰ ਸਕਦੇ ਹੋ, ਔਰ ਜਦੋਂ ਤੁਹਾਡੇ ਪੜ੍ਹਾਈ ਕਰ ਰਹੇ ਹੋ ਤਾਂ ਤੁਸੀਂ 20 ਘੰਟੇ ਕੰਮ ਕਰ ਸਕਦੇ ਹੋ। ਸੋ ਕੁਝ ਪ੍ਰੋਵਿੰਸਿਸ ਦੀ ਜਿਹੜੀ ਮਿਨੀਮਮ ਵੇਜ ਰੇਟ ਹੁੰਦਾ ਹੈ $11 ਹੈ, ਔਰ ਕੁਝ ਪ੍ਰੋਵਿੰਸਿਸ ਦਾ ਮਿਨੀਮਮ ਵੇਜ ਰੇਟ $14.5, $15, $16 ਡਿਪੈਂਡ ਕਰਦਾ। ਤੁਸੀਂ ਜੇ ਵੇਜ ਰੇਟ ਸਰਚ ਕਰਨਾ ਚਾਹੁੰਦੇ ਹੋ ਤਾਂ ਆਨਲਾਈਨ ਜਾ ਕੇ ਤੁਸੀਂ ਸਰਚ ਕਰ ਸਕਦੇ ਹੋ। ਸੋ ਸਾਰੇ ਵੇਜ ਰੇਟਸ ਆਨਲਾਈਨ ਹੈਗੇ। ਸੋ ਜੇ ਅਸੀਂ ਗੱਲ ਕਰੀਏ ਕਿ ਕਿੰਨਾ ਕੁ ਬੱਚਾ ਉੱਥੇ, ਇੱਕ ਬੱਚਾ ਜੇ ਮਹੀਨੇ ਦਾ ਕਿੰਨਾ ਬੱਚਾ ਪਾਰਟ ਟਾਈਮ ਕਰਕੇ ਕਮਾ ਲੇਗਾ, ਸੋ ਪਾਰਟ ਟਾਈਮ ਕਰਕੇ ਬੱਚਾ $800 ਤੋਂ $1000, $1100, $1200 ਤੱਕ ਕਮਾ ਸਕਦਾ ਹੈ। ਦੈਟ ਇਜ਼ ਇਨਸਫੀਸ਼ੀਐਂਟ। ਉੱਥੇ ਜੇ ਤੁਸੀਂ ਲਿਵਿੰਗ ਕਾਸਟ ਦੀ ਗੱਲ ਕਰੀਏ ਤਾਂ $500-600 ਦੇ ਅੰਦਰ ਸਟੂਡੈਂਟ ਆਰਾਮ ਨਾਲ ਆਪਣਾ ਅਕੋਮੋਡੇਟ ਕਰ ਸਕਦਾ ਹੈ, ਜਾ ਕੇ ਉਹ ਜੇ ਤੁਸੀਂ ਕਹੋ ਕਿ ਜੇ ਤੁਸੀਂ ਕਹੀਏ ਖਰਚੇ ਦਾ ਕੋਈ ਅੰਤ ਨਹੀਂ ਹੈਗਾ, ਤੁਸੀਂ ਖਰਚਣ ਨੂੰ ਚਾਹੇ $10,000 ਮਹੀਨੇ ਦਾ ਖਰਚ ਸਕਦੇ ਹੋ, ਬਟ $600 ਚ ਸਟੂਡੈਂਟ, $600-700 ਚ ਸਟੂਡੈਂਟ ਆਰਾਮ ਨਾਲ ਅਕੋਮੋਡੇਟ ਕਰ ਸਕਦਾ ਸਿੰਗਲ ਪਰਸਨ, ਠੀਕ ਹੈ। ਜੇ ਅਸੀਂ ਕਹੀਏ ਕਿ ਕਿਸੇ ਟੋਰਾਂਟੋ ਵਰਗੇ ਸ਼ਹਿਰ 'ਚ ਜੇ ਅਸੀਂ ਡਾਊਨਟਾਊਨ ਟੋਰਾਂਟੋ ਰਹਿਣਾ ਚਾਹੁੰਦੇ ਹਾਂ ਤਾਂ ਖਰਚਾ ਬਿਲਕੁਲ ਜ਼ਿਆਦਾ ਹੋਏਗਾ। ਜੇ ਅਸੀਂ ਕਿਸੇ ਜਿਹਨੂੰ ਅਸੀਂ ਕਹੀਏ ਕਿ ਅਸੀਂ ਕਿਚਨਰ ਚਲੇ ਜਾਂਦੇ ਹਾਂ, ਕੋਨਸਟੋਗਾ ਕਾਲਜ ਪੜ੍ਹਦੇ ਹਾਂ, ਨਾਇਗਰਾ ਚਲੇ ਜਾਂਦੇ ਹਾਂ, ਨਾਇਗਰਾ ਕਾਲਜ ਪੜ੍ਹਦੇ ਹਾਂ, ਸਪੋਜ਼ ਥੋੜ੍ਹੇ ਜਿਹੇ ਛੋਟੇ ਸ਼ਹਿਰ ਆ ਜਾਂਦੇ ਆ, ਸੂ ਸੇਂਟ ਮੈਰੀ ਚਲੇ ਜਾਂਦੇ ਹਾਂ, ਤਾਂ ਓਬਵੀਅਸਲੀ ਥੋੜ੍ਹਾ ਜਿਹਾ ਖਰਚਾ ਘੱਟ ਹੋਏਗਾ, ਫੂਡ ਦਾ ਐਕਸਪੈਂਸ ਵੀ ਘੱਟ ਹੋਏਗਾ, ਮਤਲਬ ਐਵਰੀਥਿੰਗ ਇਜ਼ ਚੀਪਰ ਇਨ ਸਮਾਲਰ ਟਾਊਨਸ। ਸੋ ਇਹ ਸਾਰੀਆਂ ਚੀਜ਼ਾਂ ਮੈਟਰ ਕਰਨਗੀਆਂ। ਸੋ ਜਦੋਂ ਅਸੀਂ ਬਾਰਡਰ ਤੇ ਪਹੁੰਚਦੇ ਹਾਂ ਉੱਥੇ ਸਾਨੂੰ ਸਟੱਡੀ ਪਰਮਿਟ ਇਸ਼ੂ ਹੁੰਦਾ ਔਰ ਸਟੂਡੈਂਟ ਜਾ ਕੇ ਉੱਥੋਂ ਪਾਸ ਕਰਦਾ, ਉੱਥੇ ਉਹਨੂੰ ਸ਼ੋਅ ਕਰਨਾ ਪੈਂਦਾ ਕਿ ਮੈਂ ਇਸ ਕਾਲਜ 'ਚ ਪੜ੍ਹਨ ਆਇਆ, ਮੈਂ ਇੱਥੋਂ ਆਇਆ, ਮੇਰੇ ਕੋਲ ਫੰਡਸ ਹੈਗੇ ਆ, ਮੇਰੇ ਕੋਲ GIC ਹੈਗਾ, ਮੇਰੇ ਕੋਲ LOA ਹੈਗਾ। ਇਹ ਸਾਰੀਆਂ ਚੀਜ਼ਾਂ ਉਹਨੂੰ ਬਾਰਡਰ ਤੇ ਸ਼ੋਅ ਕਰਨੀਆਂ ਪੈਂਦੀਆਂ ਸਟੂਡੈਂਟ ਨੂੰ। ਸੋ ਜਦੋਂ ਸਟੂਡੈਂਟ ਇਸ ਕੰਮ ਕਰ ਸਕਦਾ, ਜਦੋਂ ਹੁਣ 1 ਸਾਲ ਦੇ ਡਿਪਲੋਮੇ ਲਈ ਜਾਂਦਾ ਸਟੂਡੈਂਟ ਤਾਂ ਉਹਨੂੰ 1 ਸਾਲ ਤੱਕ ਦਾ ਹੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ। ਜਦੋਂ ਸਟੂਡੈਂਟ 2 ਸਾਲ ਦੀ ਪੜ੍ਹਾਈ ਲਈ ਜਾਂਦਾ ਹੈ ਤਾਂ ਉਹਨੂੰ 3 ਸਾਲ ਤੱਕ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਹੈ। ਜਦੋਂ ਬੱਚਾ ਬੈਚਲਰ ਕਰਨ ਜਾਂਦਾ ਹੈ ਤਾਂ ਵੀ ਉਹਨੂੰ ਮੈਕਸਿਮਮ ਵਰਕ ਪਰਮਿਟ ਟਾਈਮ ਹੈਗਾ 3 ਇਅਰਸ, ਸੋ 3 ਸਾਲ ਤੱਕ ਦੀ ਵਰਕ ਪਰਮਿਟ ਮਿਲਦਾ ਹੈ। ਸੋ ਆਹੀ ਵਰਕ ਪਰਮਿਟ ਹੈਗਾ ਜਿਹੜਾ ਸਟੂਡੈਂਟਸ ਲਈ ਇੱਕ ਖਿੱਚ ਬਣਿਆ ਹੋਇਆ ਤਾਂ ਕਿ ਅਸੀਂ ਕੈਨੇਡਾ ਪੜ੍ਹਨ ਜਾਈਏ ਔਰ ਪੜ੍ਹ ਕੇ ਸੈਟਲ ਹੋਈਏ। ਹਰ ਪ੍ਰੋਵਿੰਸ ਦੇ ਡਿਫਰੈਂਟ ਲਾਜ਼ ਹੈਗੇ ਆ PR ਨੂੰ ਲੈ ਕੇ। ਕੋਈ ਪ੍ਰੋਵਿੰਸ ਕਹਿੰਦਾ ਕਿ ਜੇ ਤੁਸੀਂ ਪੜ੍ਹਾਈ ਦੇ ਨਾਲ ਵੀ ਕੰਮ ਕੀਤਾ ਮੈਂ ਐਕਸੈਪਟ ਕਰਦਾ, ਉਹਨੂੰ ਐਕਸੈਪਟ ਕਰਦਾ ਐਜ਼ ਐਨ ਐਕਸਪੀਰੀਅੰਸ।
ਕਿਹੜੇ ਪ੍ਰੋਵਿੰਸ ਦੀ ਮੈਂ ਗੱਲ ਕਰ ਰਿਹਾ, ਸਕੈਚਵਨ। ਉਹਦੇ 'ਚ ਜਦੋਂ ਤੁਸੀਂ ਪੜ੍ਹਾਈ ਦੇ ਨਾਲ ਵੀ ਕੰਮ ਕਰਦੇ ਹੋ ਉਹਨੂੰ ਵੀ ਐਕਸਪੀਰੀਅੰਸ 'ਚ ਕਾਊਂਟ ਕੀਤਾ ਜਾਂਦਾ ਹੈ। ਸੋ ਕੁਝ ਪ੍ਰੋਵਿੰਸ ਕਹਿੰਦੇ ਆ ਤੁਸੀਂ ਪੜ੍ਹਾਈ ਤੋਂ ਬਾਅਦ ਜਿਹੜਾ ਕੰਮ ਕਰਦੇ ਹੋ ਮੈਂ ਉਹਨੂੰ ਐਕਸੈਪਟ ਕਰਾਂਗਾ ਐਕਸਪੀਰੀਅੰਸ। ਜ਼ਿਆਦਾਤਰ ਪ੍ਰੋਵਿੰਸ ਇਹੀ ਕਾਊਂਟ ਕਰਦੇ ਆ। ਕੁਝ ਪ੍ਰੋਵਿੰਸ ਕਰਦੇ ਆ ਕਿ ਤੁਹਾਡੇ ਕੋਲ ਸੁਪਰਵਾਈਜ਼ਰ ਲੈਵਲ ਦੀ ਜੌਬ ਹੋਏਗੀ ਤਾਂ ਤੁਸੀਂ PR ਅਪਲਾਈ ਕਰ ਸਕਦੇ ਹੋ। ਕੁਝ ਪ੍ਰੋਵਿੰਸ ਕਹਿੰਦੇ ਆ ਕਿ ਤੁਹਾਡੇ ਕੋਲ ਸਿਰਫ ਜੌਬ ਹੋਣੀ ਚਾਹੀਦੀ ਹੈ, ਸੁਪਰਵਾਈਜ਼ਰ ਲੈਵਲ ਦੀ ਹੋਏ ਨਾ ਹੋਏ ਮੈਟਰ ਨਹੀਂ ਕਰਦਾ। ਸੋ ਇਹ ਸਾਰੀਆਂ ਚੀਜ਼ਾਂ ਮੈਟਰ ਕਰਨਗੀਆਂ ਜਦੋਂ ਤੁਸੀਂ ਆਪਣੀ PR ਅਪਲਾਈ ਕਰੋਗੇ। ਐਂਡ ਓਬਵੀਅਸਲੀ ਜਦੋਂ ਤੁਸੀਂ ਡਿਗਰੀ ਕੀਤੀ ਹੋਏਗੀ ਤਾਂ ਉਹਦੇ ਐਕਸਟਰਾ ਪੁਆਇੰਟਸ ਹੋਣਗੇ PR ਲਈ, ਔਰ ਜਦੋਂ ਤੁਸੀਂ ਡਿਪਲੋਮਾ ਕੀਤਾ ਹੋਏਗਾ ਤਾਂ ਉਹਦੇ ਘੱਟ ਪੁਆਇੰਟ ਹੋਣਗੇ ਐਜ਼ ਕੰਪੇਅਰ ਟੂ ਡਿਗਰੀ। ਜੇ ਤੁਸੀਂ ਪੋਸਟ ਗ੍ਰੈਜੂਏਟ ਡਿਪਲੋਮਾ ਕੀਤਾ ਹੋਏਗਾ ਉਹਦੇ ਵੱਧ ਪੁਆਇੰਟ ਹੋਣਗੇ, ਔਰ ਜੇ ਤੁਸੀਂ MBA ਜਾਂ ਮਾਸਟਰਸ ਕੀਤੀ ਹੋਏਗੀ ਉਹਦੇ ਵੱਧ ਪੁਆਇੰਟ ਹੋਣਗੇ। ਸੋ ਇਹ ਚੀਜ਼ਾਂ ਤੁਸੀਂ ਡਿਸਾਈਡ ਕਰਨੀਆਂ ਕਿ ਤੁਸੀਂ ਉੱਥੇ ਜਾ ਕੇ ਕੀ ਪੜ੍ਹਨਾ ਚਾਹੁੰਦੇ ਹੋ। ਲੈਂਡਮਾਰਕ ਇਮੀਗ੍ਰੇਸ਼ਨ ਸਹੀ ਢੰਗ ਨਾਲ ਐਡਵਾਈਸ ਦੇ ਰਿਹਾ। ਸਾਡੇ ਫੇਸਬੁੱਕ ਪੇਜ ਤੇ YouTube ਪੇਜ ਤੇ ਡੇਲੀ ਕੋਈ ਨਾ ਕੋਈ ਕਾਲਜ ਦਾ ਨੁਮਾਇੰਦਾ ਲਾਈਵ ਹੁੰਦਾ, ਤੁਸੀਂ ਉਹਨੂੰ ਕੁਐਸਚਨ ਪੁੱਛ ਸਕਦੇ ਹੋ, ਉਹਦੇ ਬਾਰੇ ਇਨਫੋਰਮੇਸ਼ਨ ਲੈ ਸਕਦੇ ਹੋ। ਤੁਸੀਂ ਡਿਪਲੋਮਾ ਕਰਨਾ ਚਾਹੁੰਦੇ ਹੋ, ਡਿਗਰੀ ਕਰਨਾ ਚਾਹੁੰਦੇ ਹੋ, ਮਾਸਟਰਸ ਕਰਨਾ ਚਾਹੁੰਦੇ ਹੋ, ਉਹਦੇ ਬਾਰੇ ਪੁੱਛ ਸਕਦੇ ਹੋ। ਸੋ ਬਹੁਤ ਸਾਰੀਆਂ ਯੂਨੀਵਰਸਿਟੀਆਂ ਔਰ ਬਹੁਤ ਸਾਰੇ ਸਰਕਾਰੀ ਕਾਲਜਾਂ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਕੰਮ ਕਰਦਾ ਹੈ। ਤੁਸੀਂ ਸਾਡੇ ਫੇਸਬੁੱਕ ਪੇਜ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਦਿੱਤੇ ਗਏ ਨੰਬਰਾਂ ਤੇ ਕਾਲ ਕਰੋ, ਨਹੀਂ ਤਾਂ ਤੁਸੀਂ ਜੇ ਆਪਣੀ ਪ੍ਰੋਫਾਈਲ ਤੇ ਅਸੈਸਮੈਂਟ ਕਰਾਉਣਾ ਚਾਹੁੰਦੇ ਹੋ info@landmarkimmigration ਤੇ ਈਮੇਲ ਭੇਜੋ, ਮੈਂ ਪਰਸਨਲੀ ਅਸੈਸਮੈਂਟ ਕਰਾਂਗਾ ਤੁਹਾਡੇ ਕੇਸ ਦੀ। ਜੀ ਬਿਲਕੁਲ। ਸੋ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਸਟਰ ਜਸਮੀਤ ਭਾਟੀਆ ਜੋ ਸਾਡੇ ਨਾਲ ਸਾਡੇ ਅੱਜ ਦੇ ਸ਼ੋਅ ਦੇ ਵਿੱਚ ਜੀ ਸਾਡਾ ਸਾਥ ਦੇ ਰਹੇ ਨੇ ਸਾਡੇ ਸਵਾਲਾਂ ਦੇ ਜਵਾਬ ਦੇ ਵਿੱਚ। ਸੋ ਇਸੇ ਤਰ੍ਹਾਂ ਜੀ ਸਾਡੇ ਸਟੂਡੈਂਟਸ ਦੇ ਵੀ ਸਵਾਲ ਕਈ ਰਹਿੰਦੇ ਨੇ ਕਿ ਹਾਂਜੀ ਸਰ ਮੈਨੂੰ ਕਿਹੜੇ ਕਾਲਜ ਦੇ ਵਿੱਚ ਐਡਮਿਸ਼ਨ ਲੈਣੀ ਚਾਹੀਦੀ ਹੈ, ਜਾਂ ਉਸ ਕਾਲਜ ਦੇ ਵਿੱਚ ਪੜ੍ਹਨ ਤੋਂ ਬਾਅਦ ਮੇਰਾ ਨੈਕਸਟ ਜਿਹੜਾ ਹੈਗਾ ਫਿਊਚਰ ਜਿਹੜਾ ਮੇਰਾ ਟਾਈਮ ਹੈਗਾ ਉਹ ਕਿੱਦਾਂ ਦਾ ਰਹੇਗਾ। ਤੇ ਫਿਲਹਾਲ ਜੀ ਇਹ ਸਾਰੀਆਂ ਗੱਲਾਂ ਦਾ ਜਵਾਬ ਲੈਣ ਦੇ ਵਾਸਤੇ ਤੁਸੀਂ ਨੰਬਰਾਂ ਦੇ ਉੱਤੇ ਕਾਲ ਕਰ ਸਕਦੇ ਹੋ, ਤੇ ਨਾਲ ਹੀ ਲੈਂਡਮਾਰਕ ਇਮੀਗ੍ਰੇਸ਼ਨ ਦਾ ਫੇਸਬੁੱਕ ਪੇਜ ਲਾਈਕ ਕਰਨਾ ਬਿਲਕੁਲ ਨਹੀਂ ਭੁੱਲਣਾ, ਤੇ ਨਾ ਹੀ ਜੀ ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਤੇ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਸਟਰ ਜਸਮੀਤ ਭਾਟੀਆ ਅੱਜ ਅਸੀਂ ਡਿਸਕਸ ਕੀਤਾ ਜੀ ਕੈਨੇਡਾ ਸਟੱਡੀ ਵੀਜ਼ਾ ਦੇ ਪ੍ਰੋਸੈਸ ਦੇ ਬਾਰੇ ਡਿਟੇਲ ਦੇ ਵਿੱਚ। ਆਮ ਸ਼ੋਰ ਵੀ ਹਰ ਜਿਹੜੀ ਇਨਫੋਰਮੇਸ਼ਨ ਹੈ ਸਰ ਤੁਸੀਂ ਪ੍ਰੋਵਾਈਡ ਕੀਤੀ ਹੈ ਤੇ ਸਾਡੇ ਸਟੂਡੈਂਟਸ ਨੂੰ ਸਮਝ ਵੀ ਪ੍ਰੋਪਰ ਤਰੀਕੇ ਦੇ ਨਾਲ ਅੱਜ ਆ ਗਿਆ ਹੋਏਗਾ। ਬਟ ਸਟਿਲ ਜੀ ਹਾਲੇ ਵੀ ਕੋਈ ਸਵਾਲ ਤਾਂ ਨੰਬਰ ਤੁਹਾਡੀ ਸਕਰੀਨ ਦੇ ਉੱਤੇ। ਤੇ ਬਹੁਤ ਬਹੁਤ ਸ਼ੁਕਰੀਆ ਸਰ, ਧੰਨਵਾਦ ਤੁਹਾਡਾ ਜੀ। ਧੰਨਵਾਦ। ਤੇ ਇਸੇ ਦੇ ਨਾਲ ਮੈਨੂੰ ਦਿਓ ਇਜਾਜ਼ਤ, ਨੈਕਸਟ ਟਾਈਮ ਫੇਰ ਮੁਲਾਕਾਤ ਕਰਾਂਗੇ। ਤੇ ਫਿਲਹਾਲ ਤੁਹਾਨੂੰ ਛੱਡ ਜਾਂਦੇ ਜੀ ਸਾਡੇ ਉਹਨਾਂ ਸਾਰੇ ਖੁਸ਼ਕਿਸਮਤ ਸਟੂਡੈਂਟਸ ਦੇ ਨਾਲ ਜਿਨ੍ਹਾਂ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਕੋਲੋਂ ਆਪਣੀ ਸਟੱਡੀ ਵੀਜ਼ਾ ਦੀਆਂ ਸਰਵਿਸਿਜ਼ ਲਿੱਤੀਆਂ ਤੇ ਲੱਕਲੀ ਉਹਨਾਂ ਦੇ ਵੀਜ਼ੇ ਆਏ ਹੋਏ ਨੇ ਜੀ। ਕੀ ਕਹਿਣਾ ਹੈ ਲੈਂਡਮਾਰਕ ਇਮੀਗ੍ਰੇਸ਼ਨ ਦੇ ਸਰਵਿਸਿਜ਼ ਦੇ ਬਾਰੇ, ਆਓ ਜਾਣਦੇ ਹਾਂ। मेरा नाम सुमित है। मैंने M.Com करी है 2018 में पंजाब यूनिवर्सिटी से, और मेरा वीज़ा विद इन 14 डेज में आ गया था थ्रू लैंडमार्क इमिग्रेशन से, और मेरे 6.5 बैंड है, और मैंने ट्रिनिटी वेस्टर्न यूनिवर्सिटी में अप्लाई किया था, और मैं बहुत खुश हूँ यहाँ पे लैंडमार्क में इमिग्रेशन में आने से। थैंक यू। सत श्री अकाल, मेरा नाम अर्शदीप कौर मंडेल है, मैं कुराली की रहने वाली हाँ। तो मैं लास्ट ईयर अपनी +2 पास की सी विद 60% मार्क्स नाल। तो मैं टीजोम आई सी, तो मैं अपना वीज़ा अप्लाई किया टीजोम कॉलेज का, एंड तो मेरा वीज़ा आ गया सीगा, तो हुण मैं बहुत खुश हाँ। ਪ੍ਰਿਤਪਾਲ ਸਿੰਘ ਹੈ ਐਂਡ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ। ਤੇ ਮੈਨੂੰ ਆਪਣੇ ਰਿਲੇਟਿਵਸ ਤੋਂ ਲੈਂਡਮਾਰਕ ਇਮੀਗ੍ਰੇਸ਼ਨ ਬਾਰੇ ਪਤਾ ਲੱਗਾ ਤੇ ਮੈਂ ਤੁਰੰਤ ਹੀ ਉਹਨਾਂ ਕੋਲ ਪਹੁੰਚਿਆ ਤੇ ਉਹਨਾਂ ਨੇ ਫਾਈਲ ਦੇਖੀ, ਐਂਡ ਮੇਰੇ ਜਿੱਦਾਂ ਕਿ ਪੰਜਾਬ ਬੋਰਡ ਦੇ ਵਿੱਚ 70% ਮਾਰਕਸ ਸੀ ਸੀਨੀਅਰ 12th ਚੋਂ, ਐਂਡ 6.5 ਫਾਈਲਰਸ ਤੋਂ ਬੈਂਡ ਹੀ ਨੋਟ ਲੈਸ ਦੈਨ 5.5, ਐਂਡ ਸੋ ਮੈਂ ਆਪਣੀ ਫਾਈਲ ਇਹਨਾਂ ਕੋਲ ਲਗਵਾਈ, ਐਂਡ ਮੇਰੀ 1 ਜਨਵਰੀ ਦੀ ਰਿਫਿਊਜ਼ਲ ਸੀ, ਤੇ ਸੋ ਮੈਂ ਆਪਣਾ 21 ਡੇ ਦੇ ਵਿੱਚ ਆਪਣਾ ਸਕਸੈਸਫੁਲੀ ਵੀਜ਼ਾ ਲਿਆ ਇਹਨਾਂ ਕੋ, ਐਂਡ ਇਹਨਾਂ ਨੇ ਬਹੁਤ ਵਧੀਆ ਮੇਰੀ ਹੈਲਪ ਕੀਤੀ, ਐਂਡ ਸਕਸੈਸਫੁਲੀ ਵੀਜ਼ਾ ਆ ਗਿਆ ਮੇਰਾ ਲਾਸਟ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਸਵੀਰ ਸਿੰਘ ਹੈ, ਮੈਂ ਬਠਿੰਡਾ ਦਾ ਰਹਿਣ ਵਾਲਾ ਹਾਂ। ਮੈਂ 2014 ਦੇ ਵਿੱਚ ਗ੍ਰੈਜੂਏਸ਼ਨ ਦੀ ਪਾਸ ਆਊਟ ਕੀਤੀ ਸੀ। ਇਸ ਤੋਂ ਬਾਅਦ ਮੈਂ ਬਾਹਰ ਜਾਣਾ ਚਾਹੁੰਦਾ ਸੀਗਾ, ਤਾਂ ਮੈਨੂੰ ਲੈਂਡਮਾਰਕ ਬਾਰੇ ਪਤਾ ਲੱਗਿਆ। ਮੈਂ ਮੋਗਾ ਜਾ ਕੇ ਆਪਣੀ ਫਾਈਲ ਜਿਹੜੇ ਕੌਂਸਲਰ ਕੋਲ ਅਪਲਾਈ ਕੀਤੀ, ਤੇ ਹੁਣ ਮੇਰਾ ਵੀਜ਼ਾ ਆ ਚੁੱਕਿਆ, ਤੇ ਮੈਂ ਬਹੁਤ ਖੁਸ਼ ਹਾਂ। ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 9914400369।